संत मरकुस दी अंजील अध्याय 12 बेईमान ਮੁਜ਼ਾਰਿਆਂ ਦੀ ਤਮਸੀਲ। ਫਿਰ ਉਹ ਲੋਕਾਂ ਨੂੰ ਤਮਸੀਲਾਂ ਵਿੱਚ ਸਿੱਖਿਆ ਦੇਣ ਲੱਗਾ। ਇੱਕ ਆਦਮੀ ਨੇ ਇੱਕ ਅੰਗੂਰੀ ਬਾਗ ਲਾਇਆ ਅਤੇ ਉਸ 'ਤੇ 4 ਚੁਫੇਰੇ ਵਾੜ ਲਾਈ। ਉਸਨੇ ਅੰਗੂਰੀ ਕੋਹਲੂ ਲਈ ਇੱਕ ਟੋਇਆ ਪੁਟਾਇਆ, ਇੱਕ ਬੁਰਜ ਵੀ ਬਣਵਾਇਆ ਅਤੇ ਉਸ ਨੂੰ ਮੁਜ਼ਾਰਿਆਂ ਨੂੰ ਪੱਟੇ 'ਤੇ ਦੇ ਕੇ ਉਹ ਕਿਸੇ ਹੋਰ ਦੇਸ਼ ਨੂੰ ਚਲਾ ਗਿਆ। ਜਦੋਂ ਸਮਾਂ ਆਇਆ ਤਾਂ ਉਸਨੇ ਆਪਣੇ ਇੱਕ ਦਾਸ ਨੂੰ ਮੁਜ਼ਾਰਿਆਂ ਕੋਲ ਅੰਗੂਰੀ ਬਾਗ ਵਿੱਚੋਂ ਆਪਣੇ ਹਿੱਸੇ ਦਾ ਫਲ ਲੈਣ ਲਈ ਘੱਲਿਆ। ਉਹਨਾਂ ਨੇ ਉਸ ਨੂੰ ਫੜ ਕੇ ਕੁੱਟਿਆ, ਮਾਰਿਆ ਅਤੇ ਖਾਲੀ ਹੱਥ ਮੋੜ ਦਿੱਤਾ। ਉਸਨੇ ਫਿਰ ਇੱਕ ਦੂਜੇ ਦਾਸ ਨੂੰ ਉਹਨਾਂ ਦੇ ਕੋਲ ਘੱਲਿਆ ਅਤੇ ਉਹਨਾਂ ਨੇ ਉਸ ਦਾ ਸਿਰ ਪਾੜ ਦਿੱਤਾ ਅਤੇ ਉਸ ਦਾ ਅਪਮਾਨ ਕੀਤਾ। ਫਿਰ ਉਸਨੇ ਇੱਕ ਹੋਰ ਦਾਸ ਨੂੰ ਘੱਲਿਆ ਅਤੇ ਉਹਨਾਂ ਨੇ ਉਸ ਦਾ ਕਤਲ ਕਰ ਦਿੱਤਾ। ਉਹਨਾਂ ਨੇ ਬਹੁਤ ਸਾਰਿਆਂ ਨਾਲ ਇਸੇ ਤਰ੍ਹਾਂ ਕੀਤਾ। ਕੁਝ ਨੂੰ ਉਹਨਾਂ ਨੇ ਕੁੱਟਿਆ, ਮਾਰਿਆ ਅਤੇ ਕੁਝ ਦਾ ਉਹਨਾਂ ਨੇ ਕਤਲ ਕਰ ਦਿੱਤਾ। ਉਸ ਦੇ ਕੋਲ ਹੁਣ ਇੱਕ ਹੋਰ ਬਾਕੀ ਰਹਿ ਗਿਆ ਸੀ, ਉਸ ਦਾ ਆਪਣਾ ਪਿਆਰਾ ਬੇਟਾ। ਆਖਰ ਵਿੱਚ ਉਸਨੇ ਇਹ ਸੋਚਦੇ ਹੋਏ ਉਸ ਨੂੰ ਉਹਨਾਂ ਦੇ ਕੋਲ ਘੱਲਿਆ, ਉਹ ਮੇਰੇ ਬੇਟੇ ਦਾ ਲਿਹਾਜ਼ ਕਰਨਗੇ। ਪਰ ਉਹਨਾਂ ਮੁਜ਼ਾਰਿਆਂ ਨੇ ਆਪਸ ਵਿੱਚ ਕਿਹਾ, ਇਹੀ ਹੈ ਵਾਰਸ, ਆਓ ਅਸੀਂ ਇਸ ਦਾ ਕਤਲ ਕਰ ਦਈਏ ਅਤੇ ਵਿਰਾਸਤ ਸਾਡੀ ਹੋ ਜਾਵੇਗੀ। ਉਹਨਾਂ ਨੇ ਉਸ ਨੂੰ ਫੜ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਉਸ ਨੂੰ ਅੰਗੂਰੀ ਬਾਗ 'ਚੋਂ ਬਾਹਰ ਸੁੱਟ ਦਿੱਤਾ। ਤਾਂ ਫਿਰ ਅੰਗੂਰੀ ਬਾਗ ਦਾ ਮਾਲਕ ਕੀ ਕਰੇਗਾ? ਉਹ ਆਵੇਗਾ ਅਤੇ ਉਹਨਾਂ ਮੁਜ਼ਾਰਿਆਂ ਨੂੰ ਤਬਾਹ ਕਰ ਦੇਵੇਗਾ ਅਤੇ ਅੰਗੂਰੀ ਬਾਗ ਦੂਜਿਆਂ ਨੂੰ ਦੇ ਦੇਵੇਗਾ। ਕੀ ਤੁਸੀਂ ਇਹ ਪਵਿੱਤਰ ਲਿਖਤ ਨਹੀਂ ਪੜ੍ਹੀ? ਉਹ ਪੱਥਰ ਜਿਸ ਨੂੰ ਕਾਰੀਗਰਾਂ ਨੇ ਰੱਦਿਆ ਸੀ, ਕੋਨੇ ਦੇ ਸਿਰੇ ਦਾ ਪੱਥਰ ਬਣ ਗਿਆ। ਇਹ ਪ੍ਰਭੂ ਦੀ ਕਰਨੀ ਸੀ ਅਤੇ ਸਾਡੀਆਂ ਨਜ਼ਰਾਂ ਵਿੱਚ ਇਹ ਅਚਰਜ ਹੈ। ਨੇਤਾਵਾਂ ਨੇ ਯੀਸ਼ੂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਸਮਝ ਗਏ ਸੀ ਕਿ ਉਸਨੇ ਇਹ ਤਮਸੀਲ ਉਹਨਾਂ ਨੂੰ ਲਾ ਕੇ ਕਹੀ ਹੈ, ਪਰ ਉਹ ਜਨਤਾ ਤੋਂ ਡਰੇ, ਇਸ ਲਈ ਉਹ ਉਸ ਨੂੰ ਛੱਡ ਕੇ ਚਲੇ ਗਏ। ਕੈਸਰ ਨੂੰ ਟੈਕਸ ਦੇਣਾ ਜਾਇਜ਼ ਜਾਂ ਨਾਜਾਇਜ਼। ਉਹਨਾਂ ਨੇ ਕੁਝ ਫਰੀਸੀਆਂ ਨੂੰ ਅਤੇ ਕੁਝ ਹੈਰੋਦੀਆਂ ਨੂੰ ਯੀਸ਼ੂ ਕੋਲ ਘੱਲਿਆ ਕਿ ਉਹ ਉਸ ਨੂੰ ਗੱਲਾਂ ਦੇ ਜਾਲ ਵਿੱਚ ਫਸਾਉਣ। ਉਹਨਾਂ ਨੇ ਆ ਕੇ ਉਸ ਨੂੰ ਕਿਹਾ, ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੁਸੀਂ ਸੱਚੇ ਹੋ ਅਤੇ ਕਿਸੇ ਮਨੁੱਖ ਦੀ ਪਰਵਾਹ ਨਹੀਂ ਕਰਦੇ ਹੋ, ਕਿਉਂਕਿ ਤੁਹਾਨੂੰ ਮਨੁੱਖੀ ਦਰਜੇ ਦਾ ਕੋਈ ਲਿਹਾਜ਼ ਨਹੀਂ ਹੈ, ਪਰ ਤੁਸੀਂ ਸੱਚਾਈ ਨਾਲ ਖੁਦਾ ਦੇ ਰਾਹ ਦੀ ਸਿੱਖਿਆ ਦਿੰਦੇ ਹੋ। ਕੀ ਕੈਸਰ ਨੂੰ ਟੈਕਸ ਦੇਣੇ ਜਾਇਜ਼ ਹਨ ਜਾਂ ਨਹੀਂ? ਅਸੀਂ ਉਹ ਦਈਏ ਜਾਂ ਨਾ ਦਈਏ? ਉਹਨਾਂ ਦੀ ਮੱਕਾਰੀ ਨੂੰ ਜਾਣਦੇ ਹੋਏ ਯੀਸ਼ੂ ਨੇ ਉਹਨਾਂ ਨੂੰ ਕਿਹਾ, ਤੁਸੀਂ ਮੈਨੂੰ ਕਿਉਂ ਪਰਖਦੇ ਹੋ? ਇੱਕ ਸਿੱਕਾ ਮੇਰੇ ਕੋਲ ਲਿਆਓ ਅਤੇ ਮੈਨੂੰ ਵੇਖਣ ਦਿਓ। ਉਹਨਾਂ ਨੇ ਇੱਕ ਦਿਨਾਰ ਦਾ ਸਿੱਕਾ ਉਸ ਨੂੰ ਪੇਸ਼ ਕੀਤਾ। ਤਦ ਉਸਨੇ ਉਹਨਾਂ ਨੂੰ ਕਿਹਾ, ਇਹ ਕਿਸ ਦੀ ਸੂਰਤ ਅਤੇ ਮੁਦਰਾ ਲੇਖ ਹੈ? ਉਹਨਾਂ ਨੇ ਉਸ ਨੂੰ ਕਿਹਾ, ਕੈਸਰ ਦੀ। ਯੀਸ਼ੂ ਨੇ ਉਹਨਾਂ ਨੂੰ ਕਿਹਾ, ਜੋ ਕੈਸਰ ਦਾ ਹੈ ਉਹ ਕੈਸਰ ਨੂੰ ਦਿਓ ਅਤੇ ਜੋ ਖੁਦਾ ਦਾ ਹੈ ਉਹ ਖੁਦਾ ਨੂੰ ਦਿਓ। ਉਹ ਸਾਰੇ ਉਸ ਉੱਤੇ ਮੁੱਲੋਂ ਹੈਰਾਨ ਹੋਏ। ਕਿਆਮਤ ਜਾਂ ਜੀ ਉੱਠਣ ਬਾਰੇ ਸਵਾਲ। ਫਿਰ ਕੁਝ ਸਦੂਕੀ ਉਸ ਕੋਲ ਆਏ ਜੋ ਕਹਿੰਦੇ ਹਨ ਕਿ ਕਿਆਮਤ ਜਾਂ ਜਿਸਮ ਦਾ ਫਿਰ ਜੀ ਉੱਠਣਾ ਨਹੀਂ ਹੈ। ਉਹਨਾਂ ਨੇ ਇਹ ਕਹਿੰਦੇ ਹੋਏ ਉਸ ਅੱਗੇ ਸਵਾਲ ਕੀਤਾ, ਗੁਰੂ ਜੀ, ਮੂਸਾ ਨੇ ਸਾਡੇ ਲਈ ਲਿਖਿਆ ਹੈ ਕਿ ਜੇਕਰ ਕਿਸੇ ਆਦਮੀ ਦਾ ਭਰਾ ਬੇ ਔਲਾਦ ਮਰ ਜਾਵੇ
ਅਤੇ ਆਪਣੀ ਪਤਨੀ ਛੱਡ ਜਾਵੇ ਤਾਂ ਉਸ ਦਾ ਭਰਾ ਉਸ ਵਿਧਵਾ ਨਾਲ ਵਿਆਹ ਕਰੇ ਅਤੇ ਆਪਣੇ ਭਰਾ ਦੇ ਲਈ ਸੰਤਾਨ ਪੈਦਾ ਕਰੇ। 7 ਭਰਾ ਸਨ। ਪਹਿਲੇ ਨੇ ਵਿਆਹ ਕੀਤਾ ਅਤੇ ਉਹ ਬੇਔਲਾਦ ਮਰ ਗਿਆ। ਦੂਜੇ ਨੇ ਉਸ ਔਰਤ ਨਾਲ ਵਿਆਹ ਕੀਤਾ ਅਤੇ ਉਹ ਵੀ ਬੇਔਲਾਦ ਮਰ ਗਿਆ। ਇਸੇ ਤਰ੍ਹਾਂ ਤੀਜੇ ਦੇ ਨਾਲ ਵੀ ਹੋਇਆ ਅਤੇ 7 ਭਰਾਵਾਂ ਨੇ ਕੋਈ ਸੰਤਾਨ ਪੈਦਾ ਨਾ ਕੀਤੀ। ਆਖਰ ਨੂੰ ਉਹ ਔਰਤ ਵੀ ਮਰ ਗਈ। ਕਿਆਮਤ ਦੇ ਸਮੇਂ ਜਦੋਂ ਮੁਰਦੇ ਜੀ ਉੱਠਣਗੇ, ਉਹ ਕਿਸ ਦੀ ਪਤਨੀ ਹੋਵੇਗੀ, ਕਿਉਂਕਿ ਉਹ 7 ਦੀ ਪਤਨੀ ਰਹਿ ਚੁੱਕੀ ਸੀ। ਯੀਸ਼ੂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਸ ਲਈ ਗਲਤ ਨਹੀਂ ਹੋ ਕਿ ਤੁਸੀਂ ਨਾ ਤਾਂ ਪਵਿੱਤਰ ਲਿਖਤਾਂ ਨੂੰ ਜਾਣਦੇ ਹੋ ਅਤੇ ਨਾ ਹੀ ਖੁਦਾ ਦੀ ਸ਼ਕਤੀ ਨੂੰ। ਕਿਉਂ ਜੋ ਜਦੋਂ ਉਹ ਮੁਰਦਿਆਂ ਵਿੱਚੋਂ ਜੀ ਉੱਠਣਗੇ, ਉਹ ਨਾ ਤਾਂ ਵਿਆਹ ਕਰਦੇ ਹਨ ਅਤੇ ਨਾ ਹੀ ਵਿਆਹ ਵਿੱਚ ਦਿੱਤੇ ਜਾਂਦੇ ਹਨ, ਸਗੋਂ ਉਹ ਸਵਰਗ ਵਿੱਚ ਫਰਿਸ਼ਤਿਆਂ ਵਾਂਗ ਹੁੰਦੇ ਹਨ। ਜਿੱਥੋਂ ਤੱਕ ਕਿ ਮੁਰਦਿਆਂ ਦੇ ਜੀ ਉੱਠਣ ਦਾ ਮਸਲਾ ਹੈ, ਕਿ ਤੁਸੀਂ ਮੂਸਾ ਦੀ ਪੁਸਤਕ ਵਿੱਚ ਝਾੜੀ ਵਾਲੀ ਕਹਾਣੀ ਵਿੱਚ ਇਹ ਨਹੀਂ ਪੜ੍ਹਿਆ ਕਿ ਕਿਸ ਤਰ੍ਹਾਂ ਖੁਦਾ ਨੇ ਉਸ ਨੂੰ ਕਿਹਾ, ਮੈਂ ਅਬਰਾਹਮ ਦਾ ਖੁਦਾ, ਇਸਹਾਕ ਦਾ ਖੁਦਾ ਅਤੇ ਯਾਕੂਬ ਦਾ ਖੁਦਾ ਹਾਂ। ਉਹ ਮੋਏ ਹੋਇਆਂ ਦਾ ਨਹੀਂ, ਸਗੋਂ ਜਿਉਂਦਿਆਂ ਦਾ ਖੁਦਾ ਹੈ। ਤੁਸੀਂ ਬਿਲਕੁਲ ਗਲਤ ਹੋ। ਪਹਿਲੀ ਆਗਿਆ। ਧਰਮ ਗ੍ਰੰਥੀਆਂ ਵਿੱਚੋਂ ਇੱਕ ਉਹਨਾਂ ਕੋਲ ਅੱਗੇ ਆਇਆ ਅਤੇ ਉਸਨੇ ਉਹਨਾਂ ਨੂੰ ਇੱਕ ਦੂਜੇ ਨਾਲ ਬਹਿਸ ਕਰਦੇ ਸੁਣਿਆ ਅਤੇ ਇਹ ਵੇਖ ਕੇ ਯੀਸ਼ੂ ਨੇ ਉਹਨਾਂ ਨੂੰ ਸਹੀ ਉੱਤਰ ਦਿੱਤਾ। ਉਸ ਤੋਂ ਪੁੱਛਿਆ, ਸਭ ਤੋਂ ਪਹਿਲੀ ਆਗਿਆ ਕਿਹੜੀ ਹੈ? ਯੀਸ਼ੂ ਨੇ ਉੱਤਰ ਦਿੱਤਾ, ਪਹਿਲੀ ਇਹ ਹੈ, ਹੇ ਇਸਰਾਏਲ ਸੁਣ, ਪ੍ਰਭੂ ਸਾਡਾ ਖੁਦਾ ਇੱਕੋ ਇੱਕ ਪ੍ਰਭੂ ਹੈ। ਤੂੰ ਪ੍ਰਭੂ ਆਪਣੇ ਖੁਦਾ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਿੰਦ ਜਾਨ ਨਾਲ, ਆਪਣੇ ਸਾਰੇ ਮਨ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ। ਦੂਜੀ ਇਹ ਹੈ, ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। ਇਹਨਾਂ ਤੋਂ ਵੱਡੀ ਹੋਰ ਕੋਈ ਆਗਿਆ ਨਹੀਂ ਹੈ। ਉਹ ਧਰਮ ਗ੍ਰੰਥੀ ਨੇ ਉਸ ਨੂੰ ਕਿਹਾ, ਤੁਸੀਂ ਸਹੀ ਹੋ ਰੱਬੀ, ਤੁਸੀਂ ਸੱਚ ਹੀ ਕਿਹਾ ਹੈ ਕਿ ਉਹ ਇੱਕ ਹੈ ਅਤੇ ਉਸ ਦੇ ਸਿਵਾਏ ਹੋਰ ਕੋਈ ਨਹੀਂ ਹੈ, ਅਤੇ ਉਸ ਨੂੰ ਸਾਰੇ ਦਿਲ ਨਾਲ, ਸਾਰੀ ਸਮਝ ਨਾਲ ਅਤੇ ਸਾਰੀ ਸ਼ਕਤੀ ਨਾਲ ਪਿਆਰ ਕਰਨਾ ਅਤੇ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰਨਾ, ਇਹ ਤਮਾਮ ਹੋਮ ਬਲੀਆਂ ਅਤੇ ਕੁਰਬਾਨੀਆਂ ਨਾਲੋਂ ਕਿਤੇ ਵੱਧ ਕੇ ਹੈ। ਜਦੋਂ ਯੀਸ਼ੂ ਨੇ ਵੇਖਿਆ ਕਿ ਉਸਨੇ ਸਮਝਦਾਰੀ ਨਾਲ ਉੱਤਰ ਦਿੱਤਾ ਹੈ ਤਾਂ ਉਸ ਨੂੰ ਕਿਹਾ, ਤੁਸੀਂ ਖੁਦਾ ਦੇ ਰਾਜ ਤੋਂ ਦੂਰ ਨਹੀਂ ਹੋ। ਇਸ ਦੇ ਬਾਅਦ ਕਿਸੇ ਨੂੰ ਵੀ ਉਸ ਤੋਂ ਕੋਈ ਸਵਾਲ ਪੁੱਛਣ ਦੀ ਹਿੰਮਤ ਨਾ ਹੋਈ। ਮਸੀਹ ਦਾਊਦ ਦਾ ਪੁੱਤਰ ਕਿਵੇਂ? ਹੈਕਲ ਵਿੱਚ ਸਿੱਖਿਆ ਦਿੰਦੇ ਹੋਏ ਯੀਸ਼ੂ ਨੇ ਕਿਹਾ, ਧਰਮ ਗ੍ਰੰਥੀ ਕਿਸ ਤਰ੍ਹਾਂ ਕਹਿ ਸਕਦੇ ਹਨ ਕਿ ਮਸੀਹ ਦਾਊਦ ਦਾ ਪੁੱਤਰ ਹੈ? ਦਾਊਦ ਨੇ ਆਪ ਰੂਪਾਕ ਦੀ ਪ੍ਰੇਰਨਾ ਨਾਲ ਐਲਾਨਿਆ ਹੈ, ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ, ਮੇਰੇ ਸੱਜੇ ਬੈਠ, ਜਦ ਤੱਕ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਪੈਰਾਂ ਥੱਲੇ ਨਾ ਕਰ ਦੇਵਾਂ। ਦਾਊਦ ਆਪ ਉਸ ਨੂੰ ਪ੍ਰਭੂ ਕਹਿੰਦਾ ਹੈ, ਤਾਂ ਉਹ ਉਸ ਦਾ ਪੁੱਤਰ ਕਿਸ ਤਰ੍ਹਾਂ ਹੋ ਸਕਦਾ ਹੈ? ਲੋਕਾਂ ਦੇ ਵੱਡੇ ਇਕੱਠ ਨੇ ਉਸ ਨੂੰ ਖੁਸ਼ੀ ਨਾਲ ਸੁਣਿਆ। ਯੀਸ਼ੂ ਧਰਮ ਗ੍ਰੰਥੀਆਂ ਨੂੰ ਨਖਿੱਧਦਾ ਹੈ। ਸਿੱਖਿਆ ਦਿੰਦੇ ਸਮੇਂ ਯੀਸ਼ੂ ਨੇ ਕਿਹਾ, ਧਰਮ ਗ੍ਰੰਥੀਆਂ ਤੋਂ ਖਬਰਦਾਰ, ਜੋ ਲੰਮੇ ਲੰਮੇ ਚੋਗੇ ਪਹਿਨ ਕੇ ਤੁਰਨਾ ਫਿਰਨਾ, ਬਾਜ਼ਾਰਾਂ ਵਿੱਚ ਸਲਾਮਾਂ ਲੈਣੀਆਂ, ਸਿਨਾਗੋਗਾਂ ਵਿੱਚ ਸਭ ਤੋਂ ਅਗਲੀਆਂ ਥਾਵਾਂ ਅਤੇ ਦਾਵਤਾਂ ਵਿੱਚ ਸਤਿਕਾਰਯੋਗ ਥਾਵਾਂ ਮੱਲਣਾ ਪਸੰਦ ਕਰਦੇ ਹਨ। ਉਹ ਵਿਧਵਾਵਾਂ ਦੇ ਘਰਾਂ ਨੂੰ ਹੜਪ ਜਾਂਦੇ ਹਨ ਅਤੇ ਦਿਖਾਵੇ ਦੇ ਲਈ ਲੰਮੀਆਂ ਲੰਮੀਆਂ ਪ੍ਰਾਰਥਨਾਵਾਂ ਕਰਦੇ ਹਨ। ਉਹਨਾਂ ਲੋਕਾਂ 'ਤੇ ਵੱਡੀ ਸਜ਼ਾ ਦਾ ਹੁਕਮ ਹੋਵੇਗਾ। ਗਰੀਬ ਵਿਧਵਾ ਦਾ ਦਾਨ। ਉਹ ਖਜ਼ਾਨੇ ਦੇ ਸਾਹਮਣੇ ਬੈਠ ਗਿਆ ਅਤੇ ਉਹ ਲੋਕਾਂ ਦੀ ਭੀੜ ਨੂੰ ਖਜ਼ਾਨੇ ਵਿੱਚ ਪੈਸੇ ਪਾਉਂਦੇ ਵੇਖਦਾ ਸੀ।
ਬਹੁਤ ਸਾਰੇ ਅਮੀਰ ਲੋਕ ਵੱਡੀ ਰਕਮ ਪਾ ਰਹੇ ਸਨ। ਇੱਕ ਗਰੀਬ ਵਿਧਵਾ ਆਈ ਅਤੇ ਉਸਨੇ ਤਾਂਬੇ ਦੇ 2 ਸਿੱਕੇ ਪਾਏ ਜੋ ਕਿ 2 ਦਮੜੀ ਦੇ ਬਰਾਬਰ ਸਨ। ਤਦ ਉਸਨੇ ਆਪਣੇ ਚੇਲਿਆਂ ਨੂੰ ਆਪਣੇ ਕੋਲ ਸੱਦ ਕੇ ਉਹਨਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਖਜ਼ਾਨੇ ਵਿੱਚ ਚੰਦਾ ਪਾਉਣ ਵਾਲੇ ਸਾਰਿਆਂ ਨਾਲੋਂ ਜ਼ਿਆਦਾ ਇਸ ਗਰੀਬ ਵਿਧਵਾ ਨੇ ਪਾਇਆ ਹੈ, ਕਿਉਂਕਿ ਉਹਨਾਂ ਸਾਰਿਆਂ ਨੇ ਆਪਣੇ ਵਾਧੂ ਧਨ ਵਿੱਚੋਂ ਦਿੱਤਾ ਹੈ, ਪਰ ਇਸਨੇ ਆਪਣੀ ਗਰੀਬੀ ਵਿੱਚੋਂ ਸਭ ਕੁਝ ਦੇ ਦਿੱਤਾ ਜੋ ਇਸ ਦੇ ਕੋਲ ਸੀ, ਯਾਨੀ ਆਪਣੀ ਸਾਰੀ ਰੋਜ਼ੀ।